ਹੈਲੋ एवरीवन ਮਾਈ ਸੈਲਫ ਮਨਪ੍ਰੀਤ ਐਂਡ ਵੈਲਕਮ ਹੈ ਤੁਹਾਡਾ ਨਰਸਿੰਗ ਸਕੂਪ YouTube ਚੈਨਲ ਤੇ। ਸੋ ਆਪਾਂ ਕਰ ਰਹੇ ਸੀਗੇ BFGHS ਪ੍ਰੀਵੀਅਸ ਕੁਐਸਚਨ ਪੇਪਰ ਨੂੰ ਸੋਲਵ ਐਂਡ ਦਿਸ ਇਜ਼ ਅ ਪਾਰਟ 3rd ਆਫ ਅ ਵੀਡੀਓ। ਸੋ ਆਈ ਹੋਪ ਤੁਸੀਂ ਪ੍ਰੀਵੀਅਸ ਦੋ ਵੀਡੀਓਜ਼ ਦੇਖ ਲਈਆਂ ਹੋਣਗੀਆਂ ਐਂਡ ਜਿਨ੍ਹਾਂ ਨੇ ਪਹਿਲੀ ਵਾਰੀ 'ਚ ਐਗਜ਼ਾਮ ਨਹੀਂ ਦਿੱਤਾ ਸੀਗਾ ਉਹਨਾਂ ਨੂੰ ਆਈਡੀਆ ਹੋ ਗਿਆ ਹੋਊਗਾ ਕਿ ਲਾਸਟ ਟਾਈਮ ਕਿੱਦਾਂ ਦੇ ਕੁਐਸਚਨਸ ਪੁੱਛੇ ਗਏ ਸੀਗੇ। ਬਟ ਤੁਸੀਂ ਹਰ ਤਰ੍ਹਾਂ ਦੇ ਕੁਐਸਚਨ ਨੂੰ ਸੋਲਵ ਕਰਨ ਲਈ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਆ। ਸੋ ਕੁਐਸਚਨ ਡਾਇਰੈਕਟ ਵੀ ਹੋ ਸਕਦੇ ਆ, ਕੁਐਸਚਨ ਪ੍ਰਾਇੋਰਟੀ ਵਾਈਜ਼ ਵੀ ਹੋ ਸਕਦੇ ਆ, ਡੈਲੀਗੇਸ਼ਨ ਦੇ ਕੁਐਸਚਨ ਵੀ ਹੋ ਸਕਦੇ ਆ। ਸੋ ਇਸ ਕਰਕੇ ਜੋ ਮੈਂ ਪਹਿਲਾਂ ਏਮਸ ਨੌਰਸੈਟ ਦੇ ਲਈ ਗੋਲਡਨ ਪੁਆਇੰਟਰਸ ਦੀਆਂ ਵੀਡੀਓਜ਼ ਬਣਾਈਆਂ ਸੀਗੀਆਂ ਉਹ ਤੁਸੀਂ ਜ਼ਰੂਰ ਦੇਖਣੀਆਂ ਆ ਇਸ ਪੇਪਰ ਦੇ ਨਾਲ ਨਾਲ। ਸੋ ਚਲੋ ਹੁਣ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ। ਐਂਡ ਅਗਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੈਨ ਸਭ ਤੋਂ ਪਹਿਲਾਂ ਸਬਸਕ੍ਰਾਈਬ ਦਾ ਚੈਨਲ ਸੋ ਡੈਟ ਜਦੋਂ ਮੈਂ ਨਵੀਂ ਵੀਡੀਓ ਪਾਉਂਦੀ ਆ ਉਦੋਂ ਹੀ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਆ ਜਾਵੇ। ਐਂਡ ਅਗਰ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਵੀਡੀਓ ਯੂਜ਼ਫੁਲ ਹੈ ਦੈਨ ਮੇਰੀ ਮੋਟੀਵੇਸ਼ਨ ਦੇ ਲਈ ਤੁਸੀਂ ਵੀਡੀਓ ਨੂੰ ਲਾਈਕ ਕਰ ਸਕਦੇ ਆ, ਆਪਣੀ ਫੀਡਬੈਕ ਕਮੈਂਟ ਸੈਕਸ਼ਨ 'ਚ ਪ੍ਰੋਵਾਈਡ ਕਰ ਸਕਦੇ ਆ ਐਂਡ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਸੋ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਦਾ ਫਰਸਟ ਕੁਐਸਚਨ। You assess a client who just returned to the recovery area after undergoing the coronary arteriography. So coronary arteriography ਦਾ procedure ਹੋਇਆ and ਤੁਸੀਂ patient ਨੂੰ ਕਰ ਰਹੇ ਆ assess. So which information is of most concern? So ਜੋ ਵੀ ਥੱਲੇ pointers ਦਿੱਤੇ ਹੋਏ ਆ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਹੜੀ information most concern ਰੱਖਦੀ ਆ? Options ਹੈਗੇ ਆ pedal pulses are palpable at +1, then apical pulse is 122 beats per minute and is regular, and option C ਹੈਗਾ ਆ left gurion has a 3 cm bruise area, so bruising ਹੋਈ ਹੈ left gurion area ਦੇ ਵਿੱਚ, and option D ਕੀ ਆ BP ਹੈਗਾ 144/78 mm of mercury। ਸੋ ਦੇਖੋ ਜੋ ਕੋਰਨਰੀ ਆਰਟਰੀਓਗ੍ਰਾਫੀ ਹੈਗੀ ਆ ਇਸ ਪ੍ਰੋਸੀਜਰ ਤੋਂ ਬਾਅਦ ਜੋ ਮੋਸਟ ਕਾਮਨ ਕੰਪਲਿਕੇਸ਼ਨਸ ਆਉਂਦੀ ਆ ਡੈਟ ਇਜ਼ ਦੀ ਹੈਮਰੇਜ। ਠੀਕ ਹੈ, ਸੋ ਬਲੀਡਿੰਗ ਇਜ਼ ਅ ਮੋਸਟ ਕਾਮਨ ਕੰਪਲਿਕੇਸ਼ਨ ਆਫਟਰ ਦਿਸ ਪ੍ਰੋਸੀਜਰ। ਹੁਣ ਅਰਲੀਐਸਟ ਇੰਡੀਕੇਸ਼ਨ ਆਫ ਹੈਮਰੇਜ ਕੀ ਆ? ਸੋ ਅਰਲੀਐਸਟ ਇੰਡੀਕੇਸ਼ਨ ਆਫ ਹੈਮਰੇਜ ਇਜ਼ ਦਾ ਇਨਕਰੀਜ਼ ਪਲਸ ਰੇਟ। ਸੋ ਇਸ ਕਰਕੇ ਜੋ ਰਾਈਟ ਆਪਸ਼ਨ ਹੋਊਗਾ ਇਸ ਕੁਐਸਚਨ ਦਾ ਡੈਟ ਇਜ਼ ਦਾ ਆਪਸ਼ਨ ਬੀ। ਸੋ ਬਾਕੀ ਜੋ ਸਾਰੇ ਡੇਟਾ ਆ ਉਹ ਵੀ ਜ਼ਰੂਰੀ ਆ, ਔਨਗੋਇੰਗ ਅਸੈਸਮੈਂਟ ਦੇ ਵਿੱਚ ਉਹ ਵੀ ਜਾਣਗੇ, ਬਟ ਜੋ ਮੋਸਟ ਕੰਸਰਨ ਹੈਗਾ ਇਸ ਟਾਈਮ ਤੇ ਡੈਟ ਇਜ਼ ਦਾ ਐਪੀਕਲ ਪਲਸ 122 ਬੀਟਸ ਪਰ ਮਿੰਟ। ਠੀਕ ਹੈ, ਸੋ ਚਲੋ ਇਹਦੇ ਨਾਲ ਹੀ ਦੇਖਦੇ ਹਾਂ ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਹੈਗਾ ਆ ਸਾਈਨਸ ਟੈਕੀਕਾਰਡੀਆ ਦੇ ਉੱਤੇ। ਸੋ ਨਰਸ ਇਜ਼ ਕੇਅਰਿੰਗ ਫॉर ਅ ਪੇਸ਼ੈਂਟ ਪੋਸਟ ਆਪਰੇਟਿਵਲੀ ਹੂ ਡਿਵੈਲਪਸ ਦਾ ਸਾਈਨਸ ਟੈਕੀਕਾਰਡੀਆ। ਸੋ ਵਿਚ ਆਫ ਦੀ ਫੋਲੋਇੰਗ ਇੰਟਰਵੈਂਸ਼ਨ ਸ਼ੁਡ ਨਰਸ ਪਰਫਾਰਮ? ਸੋ ਕਿਹੜੀ ਇੰਟਰਵੈਂਸ਼ਨ ਕਰਨੀ ਆ ਇਨ ਕੇਸ ਆਫ ਸਾਈਨਸ ਟੈਕੀਕਾਰਡੀਆ? ਆਪਸ਼ਨਸ ਹੈਗੇ ਆ ਅਪਲਾਈ ਦੀ ਵਾਰਮ ਬਲੈਂਕਟਸ, option B is administer the atropine sulfate, option C is position the patient in left lateral position, and option D is manage the patient anxiety। ਸੋ ਦੇਖੋ ਕਿਸੇ ਵੀ ਕੋਈ ਵੀ ਕੰਡੀਸ਼ਨ ਆ ਉਹਨੂੰ ਟਰੀਟ ਕਰਨ ਦੇ ਲਈ ਉਹਦਾ ਜੋ ਅੰਡਰਲਾਈਨ ਕਾਜ਼ ਆ ਉਹ ਪਤਾ ਹੋਣਾ ਚਾਹੀਦਾ। ਠੀਕ ਹੈ, ਸੋ ਦਾ ਟਰੀਟਮੈਂਟ ਆਫ ਸਾਈਨਸ ਟੈਕੀਕਾਰਡੀਆ ਇਨਵੋਲਵਸ ਦਾ ਅੰਡਰਲਾਈਨ ਕਾਜ਼, ਐਂਡ ਅੰਡਰਲਾਈਨ ਕਾਜ਼ ਕੀ ਹੁੰਦਾ ਸਾਈਨਸ ਟੈਕੀਕਾਰਡੀਆ ਦਾ ਮੋਸਟ ਆਫ ਦਾ ਟਾਈਮ ਡੈਟ ਇਜ਼ ਦੀ anxiety। ਸੋ ਇੱਥੇ ਆਨਸਰ ਕੀ ਹੋਊਗਾ ਮੈਨੇਜਿੰਗ ਦੀ ਪੇਸ਼ੈਂਟ ਐਨਜ਼ਾਈਟੀ ਇਜ਼ ਆਫ ਟੌਪ ਮੋਸਟ ਕੰਸਰਨ ਫॉर ਦੀ ਨਰਸ। ਸੋ ਇਹਦਾ ਰਾਈਟ ਆਪਸ਼ਨ ਹੋਊਗਾ ਆਪਸ਼ਨ ਡੀ ਹੋਊਗਾ। ਸੋ ਜੋ ਐਟ੍ਰੋਪਿਨ ਇੱਥੇ ਦਿੱਤਾ ਹੋਇਆ ਆ ਐਟ੍ਰੋਪਿਨ ਸਲਫੇਟ, ਐਟ੍ਰੋਪਿਨ ਸਲਫੇਟ ਇਜ਼ ਅ ਡਰਗ ਆਫ ਚੁਆਇਸ ਫॉर ਸਾਈਨਸ ਬ੍ਰੈਡੀਕਾਰਡੀਆ। ਸੋ ਇਸ ਕਰਕੇ ਇਹ ਇੱਥੇ ਆਪਸ਼ਨ ਸਹੀ ਨਹੀਂ ਹੈਗਾ। ਐਂਡ ਵਾਰਮ ਬਲੈਂਕਟ ਐਂਡ ਪੋਜੀਸ਼ਨ ਦਾ ਪੇਸ਼ੈਂਟ ਇਨ ਲੈਫਟ ਲੇਟਰਲ ਪੋਜੀਸ਼ਨ ਆਰ ਇਨਐਪਰੋਪ੍ਰੀਏਟ ਇੰਟਰਵੈਂਸ਼ਨਸ। ਠੀਕ ਹੈ, ਸੋ ਇਸ ਕਰਕੇ ਜੋ ਇਸ ਕੁਐਸਚਨ ਦਾ ਰਾਈਟ ਆਨਸਰ ਹੈਗਾ ਡੈਟ ਇਜ਼ ਆਪਸ਼ਨ ਡੀ ਐਨਜ਼ਾਈਟੀ, ਬਿਕੋਜ਼ ਇਟ ਇਜ਼ ਅ ਮੋਸਟ ਕਾਮਨ ਕਾਜ਼ ਆਫ ਦੀ ਸਾਈਨਸ ਟੈਕੀਕਾਰਡੀਆ। ਓਕੇ, ਸੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਇਜ਼ ਫਰॉम ਸਾਈਕੈਟ੍ਰਿਕ ਨਰਸਿੰਗ। So the nurse administers which of the following prescribed drug for the purpose of relieving both positive and negative clinical manifestations of schizophrenia? So ਸਭ ਤੋਂ ਪਹਿਲਾਂ ਤਾਂ ਤੁਸੀਂ ਕਮੈਂਟ ਡਾਊਨ ਕਰਕੇ ਦੱਸੋ ਕਿ ਪੋਜ਼ਿਟਿਵ ਐਂਡ ਨੈਗੇਟਿਵ ਸਾਈਨ ਐਂਡ ਸਿੰਪਟਮਸ ਆਫ ਸਕਿਜ਼ੋਫਰੇਨੀਆ ਕਿਹੜੇ ਹੁੰਦੇ ਆ। ਇਹਦੇ ਤੇ ਵੀ ਕੁਐਸਚਨ ਫਰੇਮ ਹੋ ਸਕਦਾ ਹੈ। ਸੋ ਤੁਸੀਂ ਦੱਸਣਾ ਹੈ ਕਿ ਪੋਜ਼ਿਟਿਵ ਨੈਗੇਟਿਵ ਸਿੰਪਟਮਸ ਨੂੰ ਠੀਕ ਕਰਨ ਦੇ ਲਈ ਇਹਨਾਂ ਵਿੱਚੋਂ ਆਪਾਂ ਕਿਹੜੀ ਡਰਗ ਦਿੰਦੇ ਆ। ਆਪਸ਼ਨ ਹੈਗਾ ਆ ਸਿਲੈਕਟਿਵ ਸੀਰੋਟੋਨਿਨ ਰੀਅਪਟੇਕ ਇਨਹਿਬਿਟਰ SSRI। ਸੋ SSRI ਕੀ ਆ ਇਟ ਇਜ਼ ਅ ਐਂਟੀ ਡਿਪਰੈਸੈਂਟ। ਠੀਕ ਹੈ, so dopaminergic, so dopaminergic means drugs which are related to the dopamine। ठीक है, so next option C is anxiolytic। so anxiolytic ਆਪਾਂ यूज ਕਰਦੇ ਹਾਂ anxiety ਨੂੰ treat ਕਰਨ ਦੇ ਲਈ, and sedative ਆਪਾਂ ਦਿੰਨੇ ਆ to calm the patient।
ਸੋ ਹੁਣ ਇੱਥੇ ਜੋ ਆਪਸ਼ਨਸ ਬਚਦੇ ਆ ਡੈਟ ਇਜ਼ ਆਪਸ਼ਨ A ਐਂਡ B, ਠੀਕ ਹੈ। ਸੋ ਜੋ SSRI ਆ ਸਿਲੈਕਟਿਵ ਸੀਰੋਟੋਨਿਨ ਰੀਅਪਟੇਕ ਇਨਹਿਬਿਟਰ ਆ, ਦਿਸ ਇਜ਼ ਦੀ ਐਂਟੀ ਡਿਪਰੈਸੈਂਟ ਡਰਗ। ਐਂਡ ਡੋਪਾਮਿਨਰਜਿਕ ਡਰਗਸ ਕਿਹੜੀਆਂ ਹੁੰਦੀਆਂ ਵਿਚ ਆਰ ਰਿਲੇਟਡ ਟੂ ਦਾ ਡੋਪਾਮੀਨ, ਠੀਕ ਹੈ। ਸੋ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਸਕਿਜ਼ੋਫਰੇਨੀਆ ਆ ਇਹਦੇ ਵਿੱਚ ਸਪੈਸੀਫਿਕਲੀ ਡੋਪਾਮੀਨ ਦਾ ਲੈਵਲ ਹਾਈ ਹੁੰਦਾ ਆ, ਠੀਕ ਹੈ। ਇਸੇ ਕਰਕੇ ਸਾਈਕੋਸਿਸ ਐਂਡ ਸਕਿਜ਼ੋਫਰੇਨੀਆ ਵਰਗੀਆਂ ਡਿਜ਼ੀਜ਼ਸ ਹੁੰਦੀਆਂ ਆ। ਸੋ ਇਹਦਾ ਰਾਈਟ ਆਨਸਰ ਜੋ ਬਣੂਗਾ ਡੈਟ ਇਜ਼ ਡੋਪਾਮਿਨਰਜਿਕ, ਠੀਕ। ਸੋ ਐਂਟੀਸਾਈਕੋਟਿਕਸ ਦਾ ਕੀ ਕੰਮ ਹੁੰਦਾ ਆ, ਐਂਟੀਸਾਈਕੋਟਿਕਸ ਦਾ ਕੰਮ ਹੁੰਦਾ ਆ ਜੋ ਇਨਕਰੀਜ਼ ਲੈਵਲ ਆਫ ਡੋਪਾਮਿਨ ਹੋਇਆ ਹੁੰਦਾ ਸਕਿਜ਼ੋਫਰੇਨੀਆ ਦੇ ਵਿੱਚ, ਉਸ ਲੈਵਲ ਨੂੰ ਰਿਡਿਊਸ ਕਰਨਾ ਐਂਡ ਇੱਕ ਨਾਰਮਲ ਲੈਵਲ ਦੇ ਉੱਤੇ ਲੈ ਕੇ ਆਉਣਾ। ਓਕੇ, ਸੋ ਇੱਥੇ ਤੱਕ ਆਪਾਂ ਦੇਖ ਲਿਆ ਕਿ ਆਪਾਂ ਡੋਪਾਮਿਨ ਦੇ ਲੈਵਲ ਨੂੰ ਨਾਰਮਲਾਈਜ਼ ਕਰਦੇ ਹਾਂ ਵਿਦ ਦਾ ਯੂਜ਼ ਆਫ ਦੀ ਐਂਟੀਸਾਈਕੋਟਿਕ ਡਰਗਸ, ਠੀਕ ਹੈ। ਹੁਣ ਕੁਐਸਚਨ ਕਿਸੇ ਤਰ੍ਹਾਂ ਦੇ ਨਾਲ ਵੀ ਘੁਮਾ ਫਿਰਾ ਕੇ ਉਹਨਾਂ ਨੇ ਤੁਹਾਨੂੰ ਪੁੱਛ ਲੈਣਾ ਇਸ ਵਾਰੀ ਵੀ, ਠੀਕ ਹੈ। ਸੋ ਇਸ ਕਰਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਆ ਕਿ ਡੋਪਾਮਿਨ ਐਗੋਨਿਸਟ ਹੋਊਗਾ ਜਾਂ ਡੋਪਾਮਿਨ ਐਂਟਾਗੋਨਿਸਟ ਹੋਊਗਾ, ਠੀਕ ਹੈ। ਹੁਣੇ ਤੁਸੀਂ ਕਮੈਂਟ ਕਰੋ ਪਹਿਲਾਂ। ਚਲੋ ਨੈਕਸਟ ਦੇਖਦੇ ਹਾਂ ਨੈਕਸਟ ਕੁਐਸਚਨ। So next question is from fundamental of nursing. So the client is experiencing this severe diarrhea and जो serum potassium level हैगा that is 3.3 milliequivalent per liter, ठीक है। So normal तो घट आ means के patient is in hypokalemia. So normal serum potassium level कितना हुंदा फटाफट comment section ਦੇ ਵਿੱਚ ਲਿਖੋ। सो विच इंटरवेंशन शुड नर्स इंप्लीमेंट फर्स्ट। सो हाइपोकैलीमिया या हुण सब तो पहली इंटरवेंशन मोस्ट प्रायोरिटी ते केड़ी होगी। ऑप्शन ए इज़ नोटिफाइंग दी क्लाइंट्स डॉक्टर, ठीक है। तुसी डॉक्टर ने इन्फॉर्म करना है बट दिस इज़ नॉट अ फर्स्ट प्रायोरिटी हियर। सो नैक्सट इज़ प्रिपेयर टू एडमिनिस्टर द इंट्रावीनस पोटाशियम। सो IV पोटाशियम भी देना हुंदा इन केस ऑफ हाइपोकैलीमिया, बट ये तुसी डॉक्टर दी प्रिस्क्रिप्शन तो बिना नहीं दे सकते, इस करके फर्स्ट इंटरवेंशन इत्थे नहीं होगी। ऑप्शन सी की हैगा प्लेस द क्लाइंट ऑन कार्डियक टैलीमीट्री और मोनीटर। सो ये तुहानूं पता होना चाहिए कि हाइपोकैलीमिया दे विच कार्डियक डिसरिदमिया होने के चांसेस हो सकते हैं। सो इसलिए पेशेंट ने तुसीं सब तो पहला कार्डियक मोनीटर ते पाउणा, सो डैट टू चैक द कार्डियक रिदम एंड टू एनश्योर डैट द क्लाइंट कार्डियक स्टेटस इज स्टेबल। सो लास्ट ऑप्शन हैगा या असेस द क्लाइंट फॉर द लेग क्रैम्प्स। सो लैग क्रैम्प्स लिए भी असैस करना है बिकॉज हाइपोकैलीमिया जो पोटाशियम लैवल लो होंगे तो लैग क्रैम्प्स होने के भी चांसिस होंगे आ, बट जो मोस्ट इंपॉर्टेंट प्रायोरिटी आ वो ये है कि जो पेशेंट का कार्डियक स्टेटस आ वो स्टेबल होना चाहिए है, ठीक है। कार्डियक डिसरिदमिया तो आप सब तो पहला पेशेंट को बचाना है। सो इत्थे जो राइट ऑप्शन होगा डैट इज़ ऑप्शन सी, ठीक है। जो मास्लो दी हायरार्की नीड्स थ्योरी आ उन्होंने अपने माइंड दे विच रखो, क्वेश्चन अपने आप ही तुहाडा सॉल्व हो जाना सीगा। सो चलो ये नाल ही देखते हैं नैक्सट क्वेश्चन। सो नैक्सट क्वेश्चन इज फ्रॉम द साइकैट्रिक नर्सिंग। ए क्लाइंट denying the suicidal ideation comes into the emergency department complaining about insomnia होया पेशेंट नूं, irritability है, then anorexia है and depressed mood आ। सो विच इंटरवेंशन शुड नर्स इंप्लीमेंट फर्स्ट। सो डिप्रैशन का पेशेंट आ जिहदे विच पेशेंट नूं एनोरेक्सिया आ, इरिटेबल मूड आ एंड इनसोमनिया आ, ठीक है। सो इहदे विच हुण मोस्ट इंपॉर्टेंट नर्सिंग इंटरवेंशन किहड़ी होनी चाहिए आ। सो रिक्वेस्ट अ साइकैट्रिक कंसल्टेशन। Option B is place the patient on one-to-one observation. Option C is complete thorough physical assessment including the lab test. And option D is remove all the hazardous material from the environment. सो इस टाइम ते जो पेशेंट आ एनोरेक्सिया दा है, ठीक है, तो उत्थे फ्लूइड इलैक्ट्रोलाइट इम्बैलेंस होया होगा, ठीक है। सो जो मोस्ट इंपॉर्टेंट प्रायोरिटी हुंदी है डैट इज़ टू मेनटेन द फिजियोलॉजिकल स्टेबिलिटी, ठीक है। साइकोलॉजिकल कंसर्न फिजियोलॉजिकल स्टेबिलिटी तो बाद आऊगा, इस करके आपां थॉरली पेशेंट दे फिजिकल एग्जामिनेशन करना, फिजिकल असैसमेंट करनी है एंड सारे लैब टैसट करने हैं, ठीक है। क्योंकि हुणे ही आपां पिछे पढ़िया कि जे पेशेंट दे विच लाइक हाइपोकैलीमिया आ, ठीक है, पोटाशियम लैवल लो आ, दैन की आ पेशेंट इज़ एट रिस्क ऑफ द कार्डियक अरिथमिया। सो फ्लूइड इलैक्ट्रोलाइट बैलेंस ਨੂੰ ਮੇਨਟੇਨ ਕਰਨ ਦੇ ਲਈ ਆਪਾਂ ਸਾਰੇ ਲੈਬ ਫਾਈਂਡਿੰਗਸ ਕਰਵਾਉਣੀਆਂ ਐਂਡ ਫਿਜ਼ੀਕਲ ਅਸੈਸਮੈਂਟ ਕਰਾਉਣੀਆਂ। ਆਫਟਰ ਡੈਟ ਤੁਸੀਂ ਸਾਈਕੋਲੋਜੀਕਲ ਕੰਸਰਨ ਵੱਲ ਜਾਣਾ, ਠੀਕ ਹੈ। ਅਗੇਨ ਇੱਥੇ ਮਾਸਲੋ ਹਾਇਰਾਰਕੀ ਨੀਡਸ ਥਿਊਰੀ ਲੱਗਣੀ ਸੀਗੀ ਐਂਡ ਇਹ ਕੁਐਸਚਨ ਸੋਲਵ ਹੋ ਜਾਣਾ ਸੀਗਾ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਇਜ਼ ਆਪਸ਼ਨ ਸੀ। ਸੋ ਦੇਖਿਆ ਜਾਵੇ ਤਾਂ ਸਾਰੇ ਕੁਐਸਚਨ ਪ੍ਰਾਇੋਰਿਟੀ ਦੇ ਉੱਤੇ ਬਣੇ ਹੋਏ ਆ, ਠੀਕ ਹੈ, ਪ੍ਰਾਇੋਰਿਟੀ ਵਾਈਜ਼ ਕੁਐਸਚਨਸ ਦੇ ਵਿੱਚ ਆਉਂਦੇ ਆ ਇਹ। ਸੋ ਨੈਕਸਟ ਕੁਐਸਚਨ ਇਜ਼ A 8-year-old client diagnosed with the vaso-occlusive sickle cell crisis is complaining of a severe headache, ठीक है। सो severe headache हो रही है।
सो विच इंटरवेंशन शुड नर्स इंप्लीमेंट फर्स्ट, सो फर्स्ट इंटरवेंशन किहड़ी होगी? ऑप्शन ए हैगा assess the client neurological status, option B is administer the analgesic via IV push, option C is administer the 6 liter of oxygen via nasal cannula, and option D is increase the client intravenous rate, ठीक है कि IV fluid increase rate दे दो. So in this case the client is complaining of the headache, so nurse should firstly rule out of the CVA. So neurological status assessment is the ਫਸਟ ਪ੍ਰਾਇਓਰਿਟੀ ਹੇਅਰ, ਠੀਕ ਹੈ। ਉਸ ਤੋਂ ਬਾਅਦ ਨਾ ਤੁਸੀਂ ਐਨਾਲਜੈਸਿਕਸ ਵੀ ਦੇਣੇ ਹੁੰਦੇ ਆ, ਠੀਕ ਹੈ, ਪੇਨ ਮੈਨੇਜਮੈਂਟ ਦੇ ਲਈ। ਦੈਨ ਆਕਸੀਜਨ ਵੀ ਆਪਾਂ ਐਡਮਿਨਿਸਟਰ ਕਰਦੇ ਹਾਂ ਐਂਡ ਫਲੂਇਡ ਵੀ ਦਿੰਦੇ ਆ, ਸੋ ਡੈਟ ਟੂ ਪ੍ਰੀਵੈਂਟ ਦੀ ਸਿਕਲਿੰਗ। ਬਟ ਦਾ ਫਸਟ ਇੰਟਰਵੈਂਸ਼ਨ ਇਜ਼ ਟੂ ਚੈੱਕ ਦਾ ਨਿਊਰੋਲੋਜੀਕਲ ਸਟੇਟਸ ਆਫ ਦੀ ਪੇਸ਼ੈਂਟ। ਸੋ ਇਸ ਕੁਐਸਚਨ ਦਾ ਰਾਈਟ ਆਂਸਰ ਹੋਊਗਾ ਆਪਸ਼ਨ ਏ। ਸੋ ਨੈਕਸਟ ਕੁਐਸਚਨ ਇਜ਼ nursing may be defined as diagnosis and treatment of the human response to health and illness. So this definition of nursing was given by Nightingale ने ਦਿੱਤੀ ਸੀ, American Nurses Association ਨੇ ਦਿੱਤੀ ਸੀ, ਹੈਂਡਰਸਨ ਨੇ ਦਿੱਤੀ ਸੀ ਜਾਂ WHO ਨੇ ਦਿੱਤੀ ਸੀ। ਸੋ ਇਸ ਕੁਐਸਚਨ ਦਾ ਜੋ ਰਾਈਟ ਆਂਸਰ ਸੀਗਾ ਡੈਟ ਇਜ਼ ਦਾ ਅਮਰੀਕਨ ਨਰਸਿਸ ਐਸੋਸੀਏਸ਼ਨ, ANA ਨੇ ਦਿੱਤੀ ਸੀਗੀ 1995 ਦੇ ਵਿੱਚ, ਠੀਕ ਹੈ। ਸੋ ਨੈਕਸਟ ਕੁਐਸਚਨ ਦੇਖਦੇ ਹਾਂ। ਸੋ ਕੁਐਸਚਨ ਨੰਬਰ 38। So the issues that determine the incident of battery are, so battery ਹੋ ਗਿਆ, assault ਹੋ ਗਿਆ, defamation ਹੋ ਗਈ, negligence ਹੋ ਗਿਆ, malpractice ਹੋ ਗਿਆ। ਇਹ BFGHS ਦਾ ਫੇਵਰੇਟ ਏਰੀਆ ਹੈਗਾ ਆ, ਇਹਦੇ ਚੋਂ ਕੁਐਸਚਨ ਆਉਂਦਾ ਹੀ ਆਉਂਦਾ ਆ। ਐਂਡ ਕੱਲ ਮੈਂ ਟੈਲੀਗ੍ਰਾਮ ਚੈਨਲ ਤੇ ਟਾਈਪਸ ਆਫ ਟਾਟ ਕਰਕੇ ਇੱਕ ਫਲੈਸ਼ ਕਾਰਡ ਪਾਇਆ ਸੀਗਾ, ਜਿਹਦੇ ਵਿੱਚ ਮੈਂ ਕੈਟਾਗਰਾਈਜ਼ ਕੀਤਾ ਸੀਗਾ ਇੰਟੈਂਸ਼ਨਲ ਐਂਡ ਅਨਇੰਟੈਂਸ਼ਨਲ ਟਾਟਸ ਨੂੰ। ਸੋ ਜੇ ਤੁਸੀਂ ਅਜੇ ਤੱਕ ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ ਦੈਨ ਸਭ ਤੋਂ ਪਹਿਲਾਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਐਂਡ ਕਮੈਂਟ ਸੈਕਸ਼ਨ ਦੇ ਵਿੱਚ ਪਿਨ ਹੋਇਆ ਮਿਲ ਜੂਗਾ। ਸੋ ਉੱਥੇ ਬਰੀਫ ਦੇ ਵਿੱਚ ਮੈਂ ਫਲੈਸ਼ ਕਾਰਡਸ ਪਾਉਂਦੀ ਹਾਂ, ਜਿਹਦੇ ਵਿੱਚੋਂ ਡਾਇਰੈਕਟਲੀ ਬਹੁਤ ਸਾਰੇ ਕੁਐਸਚਨ ਏਮਸ ਨੌਰਸੈਟ 'ਚ ਵੀ ਆਏ ਸੀਗੇ। ਸੋ ਹੁਣ ਤੁਸੀਂ ਜਾ ਕੇ ਪਹਿਲਾਂ ਉਹ ਵਾਲਾ ਇੱਕ ਫਲੈਸ਼ ਕਾਰਡ ਦੇਖਣਾ ਹੈ ਕਿ ਇੰਟੈਂਸ਼ਨਲ ਐਂਡ ਅਨਇੰਟੈਂਸ਼ਨਲ ਟਾਟਸ ਦੇ ਵਿੱਚ ਕੀ ਕੀ ਆਉਂਦਾ ਹੈ, ਠੀਕ ਹੈ। ਸੋ ਜੋ ਬੈਟਰੀ ਹੁੰਦਾ ਹੈ ਨਾ, ਬੈਟਰੀ ਐਂਡ ਅਸੌਲਟ ਦੇ ਵਿੱਚ ਡਿਫਰੈਂਸ ਕੀ ਆ? ਅਸੌਲਟ ਦੇ ਵਿੱਚ ਹੁੰਦਾ ਹੈ ਕੌਜ਼ਿੰਗ ਦੀ ਹਾਰਮ ਟੂ ਦਾ ਪੇਸ਼ੈਂਟ ਵਿਦਾਊਟ ਟੱਚਿੰਗ, ਠੀਕ ਹੈ, ਟੱਚ ਨਹੀਂ ਹੁੰਦਾ ਅਸੌਲਟ ਦੇ ਵਿੱਚ। ਬਟ ਬੈਟਰੀ ਕੀ ਹੁੰਦਾ? ਬੈਟਰੀ ਇਜ਼ ਕੌਜ਼ਿੰਗ ਦੀ ਹਾਰਮ ਟੂ ਦਾ ਪੇਸ਼ੈਂਟ ਵਿਦ ਟੱਚ, ਠੀਕ ਹੈ। ਸੋ ਬੈਟਰੀ ਦੇ ਵਿੱਚ ਟੱਚ ਆਉਂਦਾ ਆ, ਠੀਕ ਹੈ। ਸੋ ਡਾਇਰੈਕਟਲੀ ਇੱਕ ਵਾਰੀ ਬੈਟਰੀ ਦੀ ਡੈਫੀਨੇਸ਼ਨ ਤੇ ਹੀ ਕੁਐਸਚਨ ਆਇਆ ਸੀਗਾ BFGHS ਦੇ ਐਗਜ਼ਾਮ ਦੇ ਵਿੱਚ, ਠੀਕ ਹੈ। ਸੋ ਹੁਣ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਟੱਚਿੰਗ ਵਾਲਾ ਕਿਹੜਾ ਸਿਨੈਰੀਓ ਬਣਦਾ। ਪਹਿਲਾਂ ਕੀ ਆ ਜਾਂਦਾ? ਪੇਸ਼ੈਂਟ ਹੈਜ਼ ਗਿਵਨ ਦਾ ਫਾਲਸ ਇਨਫੋਰਮੇਸ਼ਨ ਅਬਾਊਟ ਅ ਟ੍ਰੀਟਮੈਂਟ, ਸੋ ਇਹਦੇ ਵਿੱਚ ਤਾਂ ਟੱਚਿੰਗ ਆਈ ਨਹੀਂ ਕਿਤੇ ਵੀ। ਸੋ ਨੈਕਸਟ ਇਜ਼ ਦਾ ਪੇਸ਼ੈਂਟ ਇਜ਼ ਜਜਡ ਇਨਕੰਪੀਟੈਂਟ ਟੂ ਕੰਸੈਂਟ ਟੂ ਦਾ ਟ੍ਰੀਟਮੈਂਟ ਐਂਡ ਰਿਸੀਵ ਇੰਪਰੋਪਰ ਕੇਅਰ, ਸੋ ਇੱਥੇ ਵੀ ਜਜਮੈਂਟ ਹੋ ਰਹੀ ਆ ਬਟ ਟੱਚਿੰਗ ਵਾਲਾ ਇੱਥੇ ਕੁਛ ਨਹੀਂ ਆਇਆ। ਸੋ ਆਪਸ਼ਨ ਸੀ ਹੈਗਾ ਕੇਅਰ ਡੈਟ ਦਾ ਪੇਸ਼ੈਂਟ ਹੈਜ਼ ਰਿਫਿਊਜ਼ਡ ਇਜ਼ ਫੋਰਸਡ ਅਪੌਨ ਐਂਡ ਵਿਦਾਊਟ ਦਾ ਕੋਰਟ ਆਥਰਾਈਜੇਸ਼ਨ। ਸੋ ਪੇਸ਼ੈਂਟ ਦੀ ਮਰਜ਼ੀ ਤੋਂ ਬਿਨਾਂ ਪੇਸ਼ੈਂਟ ਨੇ ਰਿਫਿਊਜ਼ ਕਰਤਾ ਸੀਗਾ, ਫਿਰ ਵੀ ਤੁਸੀਂ ਕੇਅਰ ਦਿੱਤੀ ਪੇਸ਼ੈਂਟ ਨੂੰ, ਫਿਰ ਵੀ ਤੁਸੀਂ ਟ੍ਰੀਟਮੈਂਟ ਦਿੱਤਾ। ਸੋ ਟ੍ਰੀਟਮੈਂਟ ਦਿੱਤਾ ਜਾਂ ਕੇਅਰ ਦਿੱਤੀ ਕਿੱਦਾਂ ਦਿੱਤੀ ਹੋਊਗੀ? ਬਾਈ ਟੱਚਿੰਗ ਦੀ ਪੇਸ਼ੈਂਟ। ਸੋ ਇਹ ਕੀ ਹੋ ਗਿਆ? ਬੈਟਰੀ ਹੋ ਗਈ ਇਹ, ਠੀਕ ਹੈ। ਸੋ ਆਲ ਆਫ ਦ ਅਬਵ ਤਾਂ ਨਹੀਂ ਆ ਸਕਦਾ, ਇਹ ਰਾਈਟ ਰੋਂਗ ਆਪਸ਼ਨ ਆ। ਸੋ ਇੱਥੇ ਜੋ ਰਾਈਟ ਆਪਸ਼ਨ ਆ ਇਸ ਕੁਐਸਚਨ ਦਾ ਡੈਟ ਇਜ਼ ਆਪਸ਼ਨ ਸੀ, ਕੇਅਰਿੰਗ ਦਾ ਪੇਸ਼ੈਂਟ ਈਵਨ ਵੈਨ ਦਾ ਪੇਸ਼ੈਂਟ ਇਜ਼ ਗਿਵਨ ਦਾ ਰਿਫਿਊਜ਼ਲ ਟੂ ਦਾ ਟ੍ਰੀਟਮੈਂਟ, ਠੀਕ ਹੈ। ਸੋ ਰਾਈਟ ਆਪਸ਼ਨ ਇਜ਼ ਆਪਸ਼ਨ ਸੀ। ਸੋ ਬੈਟਰੀ ਦੇ ਵਿੱਚ ਟੱਚਿੰਗ ਹੁੰਦੀ ਆ, ਠੀਕ ਆ। ਸੋ ਨੈਕਸਟ ਕੁਐਸਚਨ ਇਜ਼ for a patient who underwent the thyroidectomy 2 days ago, which lab value required the close monitoring? So what is thyroidectomy? Name ਤੋਂ clear ਹੈ, it is the removal of the thyroid gland. ਹੁਣ ਕੀ ਆ? ਥਾਇਰੋਇਡ ਗਲੈਂਡ ਦੇ ਪਿੱਛੇ ਕੀ ਹੁੰਦੇ ਆ? ਪੈਰਾਥਾਇਰੋਇਡ ਗਲੈਂਡ, ਠੀਕ ਹੈ। ਪੈਰਾਥਾਇਰੋਇਡ ਗਲੈਂਡ ਦਾ ਕੰਮ ਕੀ ਹੁੰਦਾ ਆ? ਰਿਲੀਜ਼ ਆਫ ਦੀ ਪੈਰਾਥਾਇਰੋਇਡ ਹਾਰਮੋਨਸ। ਐਂਡ ਜੋ ਪੈਰਾਥਾਇਰੋਇਡ ਹਾਰਮੋਨਸ ਆ ਉਹਨਾਂ ਦਾ ਕੰਮ ਹੁੰਦਾ ਅੱਗੇ ਰੈਗੂਲੇਟ ਕਰਨਾ ਕੈਲਸ਼ੀਅਮ ਲੈਵਲ, ਠੀਕ ਹੈ। ਸੋ ਹੁਣ ਥਾਇਰੋਇਡੈਕਟਮੀ ਦਾ ਪੇਸ਼ੈਂਟ ਆ, ਅਗਰ ਐਕਸੀਡੈਂਟਲੀ ਪੈਰਾਥਾਇਰੋਇਡ ਗਲੈਂਡ ਰਿਮੂਵ ਹੋ ਗਿਆ ਵਿਦ ਦਾ ਥਾਇਰੋਇਡੈਕਟਮੀ, ਦੈਨ ਕੀ ਹੋਊਗਾ? ਜੋ ਕੈਲਸ਼ੀਅਮ ਲੈਵਲ ਹੈਗਾ ਆ ਉਹਨੂੰ ਰੈਗੂਲੇਟ ਨਹੀਂ ਕਰ ਪਾਣਾ ਬਿਕੋਜ਼ ਪੈਰਾਥਾਇਰੋਇਡ ਹਾਰਮੋਨਸ ਹੈ ਨਹੀਂ ਉਹ। ਸੋ ਉਸ ਟਾਈਮ ਤੇ ਕਿਹੜੀ ਵੈਲਿਊ ਤੁਸੀਂ ਕਲੋਜ਼ਲੀ ਮੋਨੀਟਰ ਕਰਨੀ ਆ? ਡੈਟ ਇਜ਼ ਦੀ ਕੈਲਸ਼ੀਅਮ, ਠੀਕ ਆ। ਸੋ ਇਹਦਾ ਰਾਈਟ ਆਂਸਰ ਹੋਣਾ ਸੀਗਾ ਕੈਲਸ਼ੀਅਮ ਲੈਵਲ। ਓਕੇ, ਨੈਕਸਟ ਕੁਐਸਚਨ ਹੈਗਾ ਆ ਸਾਈਕੋਲੋਜੀ ਜਾਂ ਫਿਰ ਸਾਈਕੈਟ੍ਰਿਕ ਨਰਸਿੰਗ ਤੋਂ ਵੀ ਲਗਾ ਸਕਦੇ ਆ। A patient becomes angry and aggressive towards a nurse, ठीक है, after speaking on a phone with his mother, कि patient phone ਦੇ ਉੱਤੇ ਆਪਣੀ mother ਦੇ ਨਾਲ ਗੱਲ ਕਰ ਰਿਹਾ ਸੀਗਾ and ਉਸ ਤੋਂ ਬਾਅਦ ਉਹ nurse ਦੇ ਨਾਲ ਬਹੁਤ ਹੀ aggressive ਹੋ ਗਿਆ। So the student nurse recognize this as which coping mechanism? So ਇਹ ਕਿਉਂ ਹੋਇਆ? Due to displacement ਕਰਕੇ ਹੋਇਆ, transference ਕਰਕੇ ਹੋਇਆ, projection ਸੀਗਾ ਜਾਂ ਫਿਰ substitution ਸੀਗਾ?
सो ये ਜਿਹੜਾ डिफेंस मैकेनिज्म ਇੱਥੇ ਲੱਗਾ ਡੈਟ ਇਜ਼ ਦੀ ਡਿਸਪਲੇਸਮੈਂਟ ਠੀਕ ਹੈ ਸੋ ਨਾਮ ਤੋਂ ਹੀ ਕਲੀਅਰ ਹੈ ਡਿਸਪਲੇਸਮੈਂਟ ਕਿ ਜੋ ਪੇਸ਼ੈਂਟ ਦੀਆਂ ਫੀਲਿੰਗਸ ਸੀਗੀਆਂ ਉਹਨੇ ਡਿਸਪਲੇਸ ਕਰਤੀਆਂ ਫਰੋਮ ਦੀ ਐਕਚੁਅਲ ਸੋਰਸ ਠੀਕ ਹੈ ਸੋ ਹੋ ਸਕਦਾ ਉਹਨੂੰ ਆਪਣੀ ਮਦਰ ਦੇ ਉੱਤੇ ਗੁੱਸਾ ਆ ਰਿਹਾ ਹੋਵੇ ਠੀਕ ਹੈ ਬਟ ਉਹ ਆਪਣੀ ਮਦਰ ਦੇ ਉੱਤੇ ਗੁੱਸਾ ਦਿਖਾ ਨਹੀਂ ਸਕਦਾ ਸੀਗਾ ਇਸ ਕਰਕੇ ਉਹਨੂੰ ਕੀ ਲੱਗਾ ਜੋ ਲੈਸ ਥ੍ਰੈਟਨਿੰਗ ਉਸ ਟਾਈਮ ਤੇ ਪਰਸਨ ਸੀਗਾ ਉਹਨੇ ਉਹਦੇ ਤੇ ਗੁੱਸਾ ਕੱਢਤਾ ਉਹਦੇ ਤੇ ਉਹਨੇ ਆਪਣਾ ਗੁੱਸਾ ਡਿਸਪਲੇਸ ਕਰਤਾ ਸੋ ਡੈਟ ਇਜ਼ ਦੀ ਡਿਸਪਲੇਸਮੈਂਟ ਠੀਕ ਹੈ सो राइट आंसर ਇਹਦਾ ਹੈਗਾ ਆ ਆਪਸ਼ਨ ਏ ਸੋ ਨੈਕਸਟ ਹੈਗਾ ਟ੍ਰਾਂਸਫਰੈਂਸ ਸੋ ਟ੍ਰਾਂਸਫਰੈਂਸ ਕੀ ਹੁੰਦਾ ਆ ਟ੍ਰਾਂਸਫਰੈਂਸ ਹੁੰਦਾ in which the patient view the nurse as being similar to the some important person in his or her life ਕਿ ਉਹਦੀ ਲਾਈਫ 'ਚ ਜੋ ਵੀ ਇੰਪੋਰਟੈਂਟ ਪਰਸਨ ਆ ਉਹ ਤੁਹਾਨੂੰ ਉਹਦੇ ਨਾਲ ਉਸ ਰਿਸ਼ਤੇ ਦੇ ਨਾਲ ਰਿਕੋਗਨਾਈਜ਼ ਕਰਨ ਲੱਗ ਪੈਂਦੇ ਆ ਸੋ ਡੈਟ ਇਜ਼ ਦੀ ਟ੍ਰਾਂਸਫਰੈਂਸ ਠੀਕ ਹੈ ਸੋ ਇਹ ਤਾਂ ਹੋ ਗਿਆ ਪੇਸ਼ੈਂਟ ਦੇ ਵੱਲੋਂ ਸੋ ਅਗਰ ਨਰਸ ਨੂੰ ਪੇਸ਼ੈਂਟ ਦੇ ਨਾਲ ਕੁਛ ਇੱਦਾਂ ਫੀਲ ਹੋਵੇ ਸੋ ਉਹਨੂੰ ਤੁਸੀਂ ਕੀ ਬੋਲੋਗੇ ਠੀਕ ਹੈ ਅਗਰ ਨਰਸ ਦਾ ਬਿਹੇਵੀਅਰ ਔਰ ਇਮੋਸ਼ਨਲ ਰਿਸਪੌਂਸ ਹੋ ਰਿਹਾ ਟੂਵਰਡਸ ਦਾ ਪੇਸ਼ੈਂਟ ਉਸ ਟਰਮ ਨੂੰ ਕੀ ਕਹਾਂਗੇ ਆਪਾਂ ਕੁਐਸਚਨ ਉਹਦੇ ਤੇ ਵੀ ਆ ਸਕਦਾ ਹੈ ਅਗਰ ਪਤਾ ਹੈ ਤਾਂ ਕਮੈਂਟ ਡਾਊਨ ਕਰੋ ਤੁਸੀਂ ਸੋ ਨੈਕਸਟ ਹੈਗਾ ਆ ਪ੍ਰੋਜੈਕਸ਼ਨ ਸੋ ਪ੍ਰੋਜੈਕਸ਼ਨ ਕੀ ਹੁੰਦਾ ਹੈ ਪ੍ਰੋਜੈਕਸ਼ਨ ਇਜ਼ ਐਟਰੀਬਿਊਸ਼ਨ ਆਫ ਔਨ ਸ਼ਾਰਟਕਮਿੰਗਸ ਟੂਵਰਡਸ ਦੀ ਅਦਰਸ ਕਿ ਤੁਸੀਂ ਆਪਣੀਆਂ ਕਮੀਆਂ ਨੂੰ ਦੂਸਰਿਆਂ ਵੱਲ ਦਿਖਾ ਰਹੇ ਆ ਠੀਕ ਹੈ ਫੋਰ ਐਗਜ਼ਾਮਪਲ ਕਿ ਕਿਸੇ ਬੰਦੇ ਨੂੰ ਝੂਠ ਬੋਲਣ ਦੀ ਆਦਤ ਆ ਠੀਕ ਹੈ ਪਰਸਨ ਇਜ਼ ਹੈਵਿੰਗ ਦਾ ਹੈਬਿਟ ਆਫ ਲਾਈਂਗ ਸੋ ਉਹਦਾ ਕੀ ਅੱਗੇ ਰਿਸਪੌਂਸ ਹੋਊਗਾ ਕਿ ਕਿਉਂ ਝੂਠ ਬੋਲ ਰਿਹਾ ਬਿਕੋਜ਼ ਹੀ ਵਿਲ ਸੇ all in the world are liars ਕਿ ਦੁਨੀਆ ਹੀ ਝੂਠੀ ਹੈ ਇਸ ਕਰਕੇ ਥੋੜਾ ਬਹੁਤਾ ਤਾਂ ਕਰਨਾ ਪੈਂਦਾ ਆ ਸੋ ਡੈਟ ਇਜ਼ ਦੀ ਪ੍ਰੋਜੈਕਸ਼ਨ ਕਿ ਤੁਸੀਂ ਆਪਣੀਆਂ ਕਮੀਆਂ ਨੂੰ ਦੂਜਿਆਂ ਤੇ ਪਾਤਾ So next is a substitution. So substitution की name तो ही clear है. It is the defense mechanism in which the original goals are substituted by the others. ठीक है for example ਤੁਸੀਂ MBBS ਕਰਨੀ ਸੀ MBBS 'ਚ ਐਡਮਿਸ਼ਨ ਨਹੀਂ ਮਿਲਿਆ ਤੁਸੀਂ ਪੈਰਾਮੈਡੀਕਲ ਕੋਰਸ ਦੇ ਵਿੱਚ ਆ ਗਏ ਠੀਕ ਹੈ ਸੋ ਡੈਟ ਇਜ਼ ਦੀ ਸਬਸਟੀਟਿਊਸ਼ਨ ਮੇ ਬੀ ਉਹਦਾ ਕੋਈ ਵੀ ਉਹ ਰੀਜ਼ਨ ਹੋ ਸਕਦਾ ਬਟ ਕੀ ਹੈ ਤੁਸੀਂ ਓਰੀਜਨਲ ਗੋਲਸ ਨੂੰ ਰਿਪਲੇਸ ਕਰਤਾ ਸਬਸਟੀਟਿਊਟ ਕਰਤਾ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਬਣਨਾ ਸੀਗਾ ਡਿਸਪਲੇਸਮੈਂਟ ਸੋ ਹੋਰ ਵੀ ਡਿਫੈਂਸ ਮੈਕੈਨਿਜ਼ਮ ਹੈਗੇ ਆ ਬਾਅਦ ਵਿੱਚ ਕਿਸੇ ਹੋਰ ਵੀਡੀਓ 'ਚ ਮੈਂ ਸਾਰੇ ਡਿਸਕਸ ਕਰੂੰਗੀ ਬਿਕੋਜ਼ ਇੰਪੋਰਟੈਂਟ ਆ ਇੱਥੇ ਕੁਐਸਚਨ ਆ ਜਾਂਦਾ ਕਈ ਵਾਰ ਸੋ ਕੁਐਸਚਨ ਨੰਬਰ 41 ਇਜ਼ ਅ ਨਰਸ ਇਜ਼ ਅਸੈਸਿੰਗ ਦੀ ਲੈਬ ਰਿਪੋਰਟ ਆਫ 40 ਵੀਕ ਜੈਸਟੇਸ਼ਨ ਕਲਾਇੰਟ ਠੀਕ ਹੈ 40 ਵੀਕ ਦੀ ਪ੍ਰੈਗਨੈਂਸੀ ਆ So which of the following values would nurse expect to find elevated above the pre-pregnancy level? Question ਨੂੰ ਧਿਆਨ ਨਾਲ ਸਮਝੋ ਕਿ 40 ਵੀਕ ਦੇ ਉੱਤੇ ਇਹਨਾਂ ਵਿੱਚੋਂ ਕਿਹੜੀ ਵੈਲਿਊ ਪ੍ਰੈਗਨੈਂਸੀ ਦੇ ਪਹਿਲਾਂ ਵਾਲੇ ਲੈਵਲ ਤੋਂ ਜ਼ਿਆਦਾ ਹੋਊਗੀ ਠੀਕ ਹੈ ਪ੍ਰੀ ਪ੍ਰੈਗਨੈਂਸੀ ਲੈਵਲ ਤੋਂ ਜ਼ਿਆਦਾ ਹੋਊਗੀ 40 ਵੀਕ ਆਫ ਜੈਸਟੇਸ਼ਨ ਤੇ ਆਪਸ਼ਨਸ ਹੈਗੀਆਂ ਹੈਮੈਟੋਕ੍ਰਿਟ ਬਿਲੀਰੂਬਿਨ ਗਲੂਕੋਜ਼ ਐਂਡ ਫਿਬਰਿਨੋਜਨ ਸੋ ਜੋ ਆਪਸ਼ਨ ਏ ਆ ਹੈਮੈਟੋਕ੍ਰਿਟ ਸੋ ਹੈਮੈਟੋਕ੍ਰਿਟ ਲੈਵਲ ਤਾਂ ਹਾਈ ਨਹੀਂ ਹੋਊਗਾ ਬਿਕੋਜ਼ ਤੁਹਾਨੂੰ ਪਤਾ ਹੋਊਗਾ ਕਿ ਪ੍ਰੈਗਨੈਂਸੀ 'ਚ ਕੀ ਹੁੰਦਾ ਆ ਫਿਜ਼ੀਓਲੋਜੀਕਲ ਅਨੀਮੀਆ ਹੁੰਦਾ ਠੀਕ ਹੈ ਡਿਊ ਟੂ ਦਾ ਹਾਈਪਰਵੋਲੇਮਿਕ ਕੰਡੀਸ਼ਨਸ ਸੋ ਹੈਮੈਟੋਕ੍ਰਿਟ ਲੈਵਲ ਤਾਂ ਹਾਈ ਨਹੀਂ ਹੋ ਸਕਦਾ ਸੋ ਬਿਲੀਰੂਬਿਨ ਲੈਵਲ ਵੀ ਹਾਈ ਨਹੀਂ ਹੋਊਗਾ ਬਿਕੋਜ਼ ਆਰਬੀਸੀਜ਼ ਘੱਟ ਆ ਹੁਣ ਆਰਬੀਸੀਜ਼ ਦੀ ਬ੍ਰੇਕਡਾਊਨ ਤੋਂ ਤਾਂ ਬਿਲੀਰੂਬਿਨ ਬਣਦਾ ਸੋ ਇਸ ਕਰਕੇ ਇਹ ਵੀ ਆਪਸ਼ਨ ਗਲਤ ਹੋ ਗਿਆ ਨੈਕਸਟ ਇਜ਼ ਦਾ ਗਲੂਕੋਜ਼ ਸੋ ਗਲੂਕੋਜ਼ ਲੈਵਲ ਵੀ ਹਾਈ ਨਹੀਂ ਹੋਊਗਾ ਬਿਕੋਜ਼ ਫੀਟਸ ਦੀਆਂ ਵੀ ਤਾਂ ਨੀਡਸ ਹੈਗੀਆਂ ਨਾ ਗਲੂਕੋਜ਼ ਉੱਧਰ ਵੀ ਜਾ ਰਿਹਾ ਸੋ ਫਿਰ ਆਪਸ਼ਨ ਬਚਿਆ ਕਿਹੜਾ ਫਿਬਰਿਨੋਜਨ ਸੋ 40th ਵੀਕ ਆਫ ਜੈਸਟੇਸ਼ਨ ਦੇ ਉੱਤੇ ਜੋ ਕੋਗੂਲੇਸ਼ਨ ਫੈਕਟਰ ਹੁੰਦੇ ਆ ਲਾਈਕ ਫਿਬਰਿਨੋਜਨ ਉਹ ਹਾਈ ਹੁੰਦੇ ਆ ਇਨਕਰੀਜ਼ ਹੁੰਦੇ ਆ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਇਜ਼ ਆਪਸ਼ਨ ਡੀ okay so with this moving towards the next question so next question is a nurse is caring for a newborn with NTDs neural tube defect ਆ ਠੀਕ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ neural tube defect ਨੂੰ ਪ੍ਰੀਵੈਂਟ ਕਰਨ ਦੇ ਲਈ ਆਪਾਂ ਕਿਹੜਾ ਸਪਲੀਮੈਂਟ ਦਿੰਨੇ ਆ ਸੋ the best covering for this lesion is ਸੋ ਤੁਸੀਂ ਕਿਹੜੀ ਡਰੈਸਿੰਗ ਯੂਜ਼ ਕਰਨੀ ਆ ਟੂ ਕਵਰ ਦੀ NTD sac ਆਪਸ਼ਨਸ ਹੈਗੇ ਮੋਇਸਟ ਸਟਰਾਈਲ ਨਾਨ ਐਡਹੈਰੈਂਟ ਡਰੈਸਿੰਗ ਆਪਸ਼ਨ ਬੀ ਹੈਗਾ ਡਰਾਈ ਸਟਰਾਈਲ ਡਰੈਸਿੰਗ ਆਪਸ਼ਨ ਸੀ ਹੈਗਾ ਟੈਲਫਾ ਡਰੈਸਿੰਗ ਵਿਦ ਐਂਟੀਬਾਇਓਟਿਕ ਆਇੰਟਮੈਂਟ ਆਪਸ਼ਨ ਡੀ ਹੈਗਾ ਸਟਰਾਈਲ ਐਕਸਕਲੂਸਿਵ ਪ੍ਰੈਸ਼ਰ ਡਰੈਸਿੰਗ ਸੋ ਪ੍ਰੈਸ਼ਰ ਡਰੈਸਿੰਗ ਤਾਂ ਯੂਜ਼ ਨਹੀਂ ਕਰਨੀ ਬਿਕੋਜ਼ ਉੱਥੇ ਸੈਕ ਫਾਰਮ ਹੋਇਆ ਆਪਸ਼ਨ ਡੀ ਗਲਤ ਹੋ ਗਿਆ ਦੈਨ ਐਂਟੀਬਾਇਓਟਿਕ ਵੀ ਆਪਾਂ ਨਹੀਂ ਯੂਜ਼ ਕਰਨਾ ਕੋਈ ਆਇੰਟਮੈਂਟ ਇਹ ਵੀ ਆਪਸ਼ਨ ਗਲਤ ਹੋ ਗਿਆ ਦੈਨ ਆਪਾਂ ਡਰਾਈ ਸਟਰਾਈਲ ਡਰੈਸਿੰਗ ਨਹੀਂ ਯੂਜ਼ ਕਰਦੇ ਆਪਾਂ ਯੂਜ਼ ਕਰਦੇ ਆ ਮੋਇਸਟ ਸਟਰਾਈਲ ਐਂਡ ਨਾਨ ਐਡਹੈਰੈਂਟ ਡਰੈਸਿੰਗ ਟੂ ਕਵਰ ਦੀ NTDs ਠੀਕ ਹੈ ਐਂਡ ਨਿਊਰਲ ਟਿਊਬ ਡਿਫੈਕਟ ਨੂੰ ਕਵਰ ਕਰਨ ਦੇ ਲਈ ਆਪਾਂ ਯੂਜ਼ ਕਰਦੇ ਆ ਮੋਇਸਟ ਸਟਰਾਈਲ ਨਾਨ ਐਡਹੈਰੈਂਟ ਡਰੈਸਿੰਗ ਸੋ ਰਾਈਟ ਆਪਸ਼ਨ ਇਜ਼ ਆਪਸ਼ਨ ਏ ਓਕੇ ਸੋ ਨੈਕਸਟ ਕੁਐਸਚਨ ਦੇਖਦੇ ਹਾਂ ਸੋ ਨੈਕਸਟ ਕੁਐਸਚਨ ਇਜ਼ ਅ ਮੇਲ ਕਲਾਇੰਟ ਡਾਇਗਨੋਸਡ ਵਿਦ ਦ ਰੀਨਲ ਕੈਲਕੁਲਾਈ is admitted to the medical unit so which intervention should nurse implement first so first intervention ਕੀ ਹੋਗੀ assess the client pain
Option B is request the client to urinate in a urinal. Option C is strain the client urine. And option D is increase the oral fluid intake. ਸੋ ਦੇਖੋ ਇਸ ਕੁਐਸਚਨ ਦੇ ਵਿੱਚ ਜੋ ਉਹਨਾਂ ਨੇ ਪੁੱਛਿਆ ਆ ਕਿ ਫਰਸਟ ਇੰਟਰਵੈਂਸ਼ਨ ਕਿਹੜੀ ਹੋਣੀ ਚਾਹੀਦੀ ਆ। ਸੋ ਇਟ ਮੀਨਸ ਕਿ ਜੋ ਬਾਕੀ ਸਾਰੀਆਂ ਇੰਟਰਵੈਂਸ਼ਨਸ ਹੈਗੀਆਂ ਉਹ ਵੀ ਸਾਰੀਆਂ ਠੀਕ ਹੋਣਗੀਆਂ, ਬਟ ਯੂ ਹੈਵ ਟੂ ਸਿਲੈਕਟ ਦਾ ਵਨ ਪ੍ਰਾਇੋਰਟੀ ਇੰਟਰਵੈਂਸ਼ਨ। ਠੀਕ ਹੈ, ਸੋ ਇੱਥੇ ਦੇਖੋ ਇੱਦਾਂ ਦੇ ਕੁਐਸਚਨ ਦੇ ਵਿੱਚ ਤੁਸੀਂ ਪਹਿਲਾਂ ਫਾਈਂਡ ਆਊਟ ਕਰਨਾ ਹੈ। ਦੇਖੋ ਇਹਦੇ ਵਿੱਚ 3 ਸਟੇਟਮੈਂਟ ਤਾਂ ਇੰਟਰਵੈਂਸ਼ਨ ਵਾਲੀਆਂ ਆ, ਜੋ ਇੱਕ ਸਟੇਟਮੈਂਟ ਹੈਗੀ ਆ ਡੈਟ ਇਜ਼ ਦੀ ਅਸੈਸਮੈਂਟ ਵਾਲੀ ਆ। ਸੋ ਨਰਸਿੰਗ ਪ੍ਰੋਸੈਸ ਦੇ ਵਿੱਚ ਜੋ ਫਰਸਟ ਸਟੈਪ ਹੁੰਦਾ ਹੈ ਡੈਟ ਇਜ਼ ਦੀ ਅਸੈਸਮੈਂਟ, ਫਿਰ ਪਲੈਨਿੰਗ ਆਉਂਦੀ, ਫਿਰ ਇੰਟਰਵੈਂਸ਼ਨਸ ਆਉਂਦੀਆਂ। ਸੋ ਇਸ ਕਰਕੇ ਜੋ ਅਸੈਸਮੈਂਟ ਹੋਊਗੀ ਡੈਟ ਇਜ਼ ਦੀ ਫਰਸਟ ਇੰਟਰਵੈਂਸ਼ਨ ਐਂਡ ਇਹੀ ਪ੍ਰਾਇੋਰਟੀ ਬਣਦੀ ਆ, ਬਾਕੀ ਸਿਮਿਲਰ ਹੈ ਥੋੜ੍ਹੀਆਂ। ਠੀਕ ਹੈ, ਸੋ ਕੀ ਹੋਊਗਾ, ਸੋ ਕਿਉਂ ਆਪਾਂ ਅਸੈਸਮੈਂਟ ਕਰਨੀ ਆ ਫॉर ਦੀ ਪੇਨ, ਬਿਕੋਜ਼ ਇਹਦੇ ਨਾਲ ਕੀ ਹੋਊਗਾ ਐਕਸੈਸਿਵ ਪੇਨ ਦੇ ਨਾਲ, ਇੰਟੈਂਸ ਪੇਨ ਦੇ ਨਾਲ ਕੀ ਹੋ ਸਕਦਾ, ਵੇਗਸ ਸਟਿਮੂਲੇਸ਼ਨ ਹੋ ਸਕਦੀ ਆ। ਸੋ ਵੇਗਸ ਸਟਿਮੂਲੇਸ਼ਨ ਦੇ ਨਾਲ ਪੇਸ਼ੈਂਟ ਹਾਈਪੋਟੈਂਸ਼ਨ 'ਚ ਵੀ ਜਾ ਸਕਦਾ ਆ ਐਂਡ ਟੈਂਪਰੇਰੀ ਲਾਸ ਆਫ ਕੌਨਸ਼ੀਅਸਨੈਸ ਵੀ ਹੋ ਸਕਦੀ ਆ। ਸੋ ਇਸ ਕਰਕੇ ਜੋ ਇਹਦਾ ਰਾਈਟ ਆਨਸਰ ਹੋਣਾ ਚਾਹੀਦਾ ਇਸ ਕੁਐਸਚਨ ਦਾ ਡੈਟ ਇਜ਼ ਆਪਸ਼ਨ ਏ, ਦਿਸ ਇਜ਼ ਅ ਪ੍ਰਾਇੋਰਟੀ ਇੰਟਰਵੈਂਸ਼ਨ ਐਟ ਦਿਸ ਕੰਡੀਸ਼ਨ। ਓਕੇ, ਸੋ ਨੈਕਸਟ ਕੁਐਸਚਨ ਦੇਖਦੇ ਹਾਂ। ਸੋ ਨੈਕਸਟ ਕੁਐਸਚਨ ਇਜ਼ a patient is admitted to the medical unit with possible Graves disease. So hyperthyroidism ਨੂੰ ਆਪਾਂ Graves disease ਵੀ ਕਹਿੰਦੇ ਆ। So which assessment finding support this diagnosis? So ਇਸ ਕੰਡੀਸ਼ਨ ਦੇ ਵਿੱਚ ਕਿਹੜੀ ਫਾਈਂਡਿੰਗ ਤੁਹਾਨੂੰ ਦੇਖਣ ਨੂੰ ਮਿਲੂਗੀ, ਬ੍ਰੈਡੀਕਾਰਡੀਆ, ਪੈਰੀਓਰਬਿਟਲ ਅਡੀਮਾ, ऑक्सोप्थेल्मस ਜਾਂ हॉर्स वॉइस। सो इस क्वेश्चन का जो राइट आंसर है डैट इज द ऑप्शन सी, एक्सोप्थेल्मस। सो इट इज एसोसिएटेड विद द ग्रेव्स डिजीज और hyperthyroidism. So what is the exophthalmos? It is the bulging of the eyes. So other options are just distractors. Right option is option C. So this question is on TOF. A nurse is caring for a child with tetralogy of Fallot. So what clinical finding should nurse expect when assessing this child? Slow respiration, clubbing of fingers, then subcutaneous hemorrhage or decrease RBC count. सो डिजीज़ कंडीशन नाम तो ही क्लियर है, टैट्रा मीनस 4, लॉजी मीनस के कोई कंडीशन है। ठीक है, सो टैट्रालॉजी ਦੇ ਵਿੱਚ ਕੀ ਹੁੰਦਾ, 4 ਕੰਡੀਸ਼ਨਸ ਹੁੰਦੀਆਂ। ਇੱਕ ਹੁੰਦਾ ਵੈਂਟਰੀਕੂਲਰ ਸੈਪਟਲ ਡਿਫੈਕਟ, ਇੱਕ ਹੁੰਦਾ ਪਲਮਨਰੀ ਸਟੀਨੋਸਿਸ, ਥਰਡ ਵਨ ਇਜ਼ ਓਵਰਰਾਈਡਿੰਗ ਆਫ ਐਓਰਟਾ ਐਂਡ ਫੋਰਥ ਵਨ ਇਜ਼ ਦ ਰਾਈਟ ਵੈਂਟਰੀਕੂਲਰ ਐਨਲਾਰਜਮੈਂਟ ਔਰ ਰਾਈਟ ਵੈਂਟਰੀਕੂਲਰ ਹਾਈਪਰਟ੍ਰੋਫੀ। ਠੀਕ ਹੈ, ਸੋ 4 ਕੰਡੀਸ਼ਨਸ ਹੁੰਦੀਆਂ। ਸੋ ਇਸ ਕੰਡੀਸ਼ਨ ਦੇ ਵਿੱਚ ਜੋ ਮੋਸਟ ਕਾਮਨ ਸਾਈਨ ਹੁੰਦਾ ਡੈਟ ਇਜ਼ ਦ ਬਲੂ ਟਿੰਗਡ ਸਕਿਨ। ਸੋ ਬਲੂ ਕਲਰ ਦੀ ਸਕਿਨ ਹੋਊਗੀ ਬਿਕੋਜ਼ ਦ ਬਲੱਡ ਡਜ਼ਨਟ ਕੈਰੀ ਦੀ ਇਨਫ ਆਕਸੀਜਨ। ਠੀਕ ਹੈ, ਸੋ ਇਹਦੇ ਨਾਲ ਇੱਕ ਸੈਕਿੰਡ ਮੋਸਟ ਕਾਮਨ ਇਹਦੀ ਜੋ ਕਾਮਨ ਮੈਨੀਫੈਸਟੇਸ਼ਨ ਹੁੰਦੀ ਹੈ ਡੈਟ ਇਜ਼ ਦੀ ਕਲੱਬਿੰਗ ਆਫ ਦੀ ਫਿੰਗਰਸ। ਠੀਕ ਹੈ, ਸੋ ਕਲੱਬਿੰਗ ਆਫ ਫਿੰਗਰਸ ਕਿੱਦਾਂ ਹੁੰਦੀ ਹੈ, ਇਟ ਇਜ਼ ਅ ਵਾਈਡਨਿੰਗ ਐਂਡ ਰਾਊਂਡਿੰਗ ਆਫ ਦੀ ਸਕਿਨ ਔਰ ਬੋਨ ਅਰਾਊਂਡ ਦੀ ਟਿਪਸ ਆਫ ਦੀ ਫਿੰਗਰਸ। ਸੋ ਮੋਸਟ ਕਾਮਨ ਮੈਨੀਫੈਸਟੇਸ਼ਨ ਹੁੰਦੀ ਹੈ TOF ਦੀ ਕਲੱਬਿੰਗ ਆਫ ਫਿੰਗਰਸ। ਸੋ ਦ ਰਾਈਟ ਆਪਸ਼ਨ ਆਫ ਦਿਸ ਕੁਐਸਚਨ ਇਜ਼ ਆਪਸ਼ਨ B, ਕਲੱਬਿੰਗ ਆਫ ਫਿੰਗਰਸ। ਅਦਰ ਆਪਸ਼ਨਸ ਆਰ ਜਸਟ ਡਿਸਟਰੈਕਟਰਸ। ਓਕੇ, ਸੋ ਇਹਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ। ਠੀਕ ਹੈ, ਸੋ 45 ਕੁਐਸਚਨਸ ਆਪਾਂ ਦੇਖ ਲਏ BFGHS ਦੇ। ਠੀਕ ਹੈ, ਆਲਮੋਸਟ ਸਾਰੇ ਸਬਜੈਕਟਸ ਹੀ ਕਵਰ ਸੀਗੇ, ਬਟ ਫਿਰ ਵੀ ਸਾਈਕੈਟਰੀ ਦਾ ਜੋ ਪੋਰਸ਼ਨ ਸੀਗਾ ਮੋਸਟ ਆਫ ਦਾ ਸਟੂਡੈਂਟਸ ਨੂੰ ਥੋੜਾ ਡਿਫਿਕਲਟ ਲੱਗਾ ਸੀਗਾ ਬਿਕੋਜ਼ ਕੁਐਸਚਨਸ ਡਾਇਰੈਕਟ ਨਹੀਂ ਸੀਗੇ। ਸੋ ਐਗਜ਼ਾਮ ਦੇ ਵਿੱਚ ਤਾਂ ਇੱਦਾਂ ਹੀ ਹੁੰਦਾ, ਕੁਝ ਫਿਕਸ ਨਹੀਂ ਹੁੰਦਾ। ਠੀਕ ਹੈ, ਪ੍ਰਾਇੋਰਟੀ ਵਾਈਜ਼ ਕੁਐਸਚਨ ਇਸ ਵਾਰ ਵੀ ਆ ਸਕਦੇ ਆ, ਕੁਝ ਡਾਇਰੈਕਟ ਕੁਐਸਚਨਸ ਵੀ ਹੋ ਸਕਦੇ ਆ। ਤੁਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਕੁਐਸਚਨ ਨੂੰ ਫੇਸ ਕਰਨ ਲਈ ਪ੍ਰਪੇਅਰ ਕਰਨਾ ਆ। ਸੋ ਆਪਣੀ ਥੋਰੋ ਪ੍ਰੈਪਰੇਸ਼ਨ ਕਰੋ, MCQs ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ। ਠੀਕ ਹੈ, ਸੋ ਅਗੇਨ ਮੈਂ ਫਿਰ ਕਹਿੰਦੀ ਹਾਂ ਜੋ ਗੋਲਡਨ ਪੁਆਇੰਟਰਸ ਦੀਆਂ ਵੀਡੀਓਜ਼ ਹੈਗੀਆਂ ਉਹਦੇ ਲਿਖ ਕੇ ਆਪਣੇ ਹੱਥਾਂ ਦੇ ਨਾਲ ਨੋਟਸ ਬਣਾਓ। ਹੈਂਡ ਰਿਟਨ ਨੋਟਸ ਸਭ ਤੋਂ ਬੈਸਟ ਰਹਿੰਦੇ ਆ। ਠੀਕ ਹੈ, ਤੁਹਾਡੀ ਜੋ ਰਿਟੈਂਸ਼ਨ ਹੈਗੀ ਆ ਉਹ ਜ਼ਿਆਦਾ ਰਹਿੰਦੀ ਹੈ ਜੇ ਤੁਸੀਂ ਆਪਣੇ ਹੱਥ ਨਾਲ ਲਿਖਦੇ ਆ। ਠੀਕ ਹੈ, ਬਾਕੀ PDF ਵਗੈਰਾ ਜੋ ਹੈਗੇ ਆ ਇਹ ਤਾਂ ਉਹ ਪੇਪਰ ਹੀ ਆ। ਠੀਕ ਹੈ, ਇਹਦੇ ਕੁਝ ਐਸੇ ਨੋਟਸ ਮੇਰੇ ਕੋਲ ਨਹੀਂ ਹੈਗੇ। ਸੋ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਸੀਗੇ ਕਿ ਤੁਸੀਂ ਨੋਟਸ ਦੇ ਦਿਓ, ਤਾਂ ਨੋਟਸ ਨਹੀਂ ਹੈਗੇ ਐਸ ਸੱਚ। ਜਿੱਥੇ ਵੀ ਤੁਹਾਨੂੰ ਲੱਗਦਾ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਨੋਟ ਕਰ ਲਿਆ ਕਰੋ। ਠੀਕ ਹੈ ਜੀ, ਸੋ ਚਲੋ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ। ਸੋ ਕੱਲ੍ਹ ਨੂੰ ਮਿਲੂੰਗੀ ਮੈਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ ਇਸ ਪੇਪਰ ਦੇ। ਸੋ ਆਪਣੀ ਪ੍ਰੈਪਰੇਸ਼ਨ ਨੂੰ ਕੰਟੀਨਿਊ ਕਰੋ। ਸੋ ਵਿਲ ਸੀ ਯੂ ਇਨ ਦ ਨੈਕਸਟ ਵੀਡੀਓ ਟੁਮਾਰੋ। ਸੋ ਸਟੇ ਟਿਊਨਡ ਵਿਦ ਨਰਸਿੰਗ ਸਕੂਪ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ।